ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦੇ ਕੇ ਆਗਿਆ ਕੀਤੀ ਕਿ ਤੁਸੀਂ ਖਡੂਰ ਆਪਣੇ ਘਰ ਚਲੇ ਜਾਓ। ਖਡੂਰ ਤੁਰਨ ਸਮੇਂ ਗੁਰੂ ਅੰਗਦ ਜੀ ਨੇ ਸ਼੍ਰੀ ਗੁਰੂ ਨਾਨਕ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਚਰਨ ਧੂੜ ਮੱਥੇ ਉੱਤੇ ਲਾਈ। ਆਪ ਜੀ ਦੀਆਂ ਅੱਖਾਂ ਵਿੱਚ ਜਲ ਭਰ ਆਇਆ ਤੇ ਆਗਿਆ ਮੰਨ ਕੇ ਖਡੂਰ ਨੂੰ ਚੱਲ ਪਏ। ਖਡੂਰ ਪਹੁੰਚ ਕੇ ਆਪ ਆਪਣੀ ਭੂਆ ਮਾਈ ਬਿਰਾਈ ਦੇ ਘਰ ਚਲੇ ਗਏ। ਮਾਈ ਬਿਰਾਈ ਨੇ ਪੁੱਛਿਆ ਕਿ ਗੁਰੂ ਨਾਨਕ ਜੀ ਨੂੰ ਕਿੱਥੇ ਛੱਡ ਆਏ ਹੋ ਅਤੇ ਆਪ ਉਦਾਸ ਤੇ ਚੁੱਪ ਕਿਉਂ ਹੋ। ਮਾਈ ਨੂੰ ਆਪ ਜੀ ਨੇ ਕੋਈ ਉੱਤਰ ਨਾ ਦਿੱਤਾ। ਇੱਕ ਲੰਮਾ ਹੌਂਕਾ ਲਿਆ ਤੇ ਅੱਖਾਂ ਤੋਂ ਜਲ ਕੇਰਨ ਲੱਗ ਪਏ। ਆਪ ਜੀ ਦੀ ਇਹ ਦਸ਼ਾ ਵੇਖ ਕੇ ਮਾਈ ਨੇ ਪੁੱਛਿਆ ਕਿ ਕੀ ਗੁਰੂ ਨਾਨਕ ਜੀ ਪਰਲੋਕ ਗਮਨ ਕਰ ਗਏ ਹਨ। ਮਾਈ ਦੀ ਇਹ ਗੱਲ ਸੁਣ ਕੇ ਆਪ ਜੀ ਨੇ ਕਿਹਾ, ਮੈਨੂੰ ਇਸ ਸਮੇਂ ਬੋਲਣਾ, ਵੇਖਣਾ ਤੇ ਸੁਣਨਾ ਕੁਝ ਨਹੀਂ ਪਾਉਂਦਾ। ਸਾਨੂੰ ਇਸ ਇੱਕ ਇਕਾਂਤ ਕੋਠੜੀ ਵਿੱਚ ਬੈਠਣ ਦਿਓ। ਇਸ ਦਾ ਬੂਹਾ ਇੱਟਾਂ ਨਾਲ ਚਿਣ ਕੇ ਬਾਹਰੋਂ ਬੰਦ ਕਰ ਦੇਣਾ ਅਤੇ ਕਿਸੇ ਨੂੰ ਸਾਡਾ ਪਤਾ ਨਾ ਦੇਣਾ। ਮਾਈ ਨੇ ਕਿਹਾ, ਤੁਸੀਂ ਅੰਦਰ ਚੁੱਪ ਕਰਕੇ ਬੈਠੇ ਰਹੋ, ਦਰਵਾਜ਼ਾ ਕਿਉਂ ਬੰਦ ਕਰਵਾਉਣਾ ਹੈ। ਤਦ ਗੁਰੂ ਜੀ ਨੇ ਚੁੱਪ ਕਰਕੇ ਅੰਦਰ ਸਮਾਧੀ ਲਾ ਕੇ ਬੈਠ ਗਏ ਅਤੇ ਬਿਰਤੀ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਟਿਕਾ ਲਈ। ਉਪਰੰਤ ਮਾਈ ਬਿਰਾਈ ਨੇ ਆਪ ਜੀ ਦਾ ਰੁੱਖ ਸਮਝ ਕੇ ਕੋਠੜੀ ਦਾ ਦਰਵਾਜ਼ਾ ਇੱਟਾਂ ਨਾਲ ਬੰਦ ਕਰਵਾ ਦਿੱਤਾ ਅਤੇ ਉੱਪਰ ਲਿਪਾਈ ਕਰਾ ਦਿੱਤੀ। ਇਸ ਤਰ੍ਹਾਂ ਹੀ ਜਦ ਆਪ ਜੀ ਨੂੰ 6 ਮਹੀਨੇ ਸਮਾਧੀ ਵਿੱਚ ਇਕਾਂਤ ਬੈਠਿਆਂ ਨੂੰ ਬੀਤ ਗਏ ਤਾਂ ਭਾਈ ਬੁੱਢਾ ਜੀ ਆਦਿ ਸਿਆਣੇ ਸਿੱਖਾਂ ਨੇ ਮਿਲ ਕੇ ਵਿਚਾਰ ਕੀਤੀ ਕਿ ਸ੍ਰੀ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਨੂੰ ਗੁਰੂ ਨਾਨਕ ਜੀ ਨੇ ਆਪਣੇ ਅਸਥਾਨ ਤੇ ਸਥਾਪਿਤ ਕਰਕੇ ਆਪਣਾ ਸਰੂਪ ਹੀ ਦੱਸਿਆ ਸੀ, ਉਹਨਾਂ ਦਾ ਪਤਾ ਕਰਨਾ ਚਾਹੀਦਾ ਹੈ ਕਿ ਉਹ ਕਿੱਥੇ ਹਨ। ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਿੱਖ ਸੰਗਤਾਂ ਬਹੁਤ ਵਿਆਕੁਲ ਹਨ। ਇਸ ਉਪਰੰਤ ਸਿੱਖਾਂ ਨੇ ਕਈ ਨਗਰਾਂ ਵਿੱਚ ਆਪ ਜੀ ਨੂੰ ਲੱਭਿਆ, ਪਰ ਆਪ ਜੀ ਕਿਸੇ ਨੂੰ ਨਾ ਲੱਭੇ। ਫਿਰ ਭਾਈ ਬੁੱਢਾ ਜੀ ਨੇ ਸਲਾਹ ਦਿੱਤੀ ਕਿ ਆਪ ਜੀ ਖਡੂਰ ਮਾਈ ਬਿਰਾਈ ਦੇ ਘਰ ਹੋਣਗੇ, ਹੋਰ ਤਾਂ ਕਿਸੇ ਥਾਂ ਤੋਂ ਕੋਈ ਪਤਾ ਨਹੀਂ ਲੱਗਦਾ। ਇਹ ਵਿਚਾਰ ਕਰਕੇ ਭਾਈ ਬੁੱਢਾ ਜੀ ਨਾਲ ਮਿਲ ਕੇ ਬਹੁਤ ਸਿੱਖ ਖਡੂਰ ਮਾਈ ਬਿਰਾਈ ਦੇ ਘਰ ਪਹੁੰਚ ਗਏ। ਸਾਰੇ ਸਿੱਖਾਂ ਨੇ ਪਹਿਲਾਂ ਮਾਈ ਨੂੰ ਮੱਥਾ ਟੇਕਿਆ ਅਤੇ ਫਿਰ ਪੁੱਛਿਆ ਕਿ ਗੁਰੂ ਅੰਗਦ ਜੀ ਕਿੱਥੇ ਹਨ, ਅਸੀਂ ਉਹਨਾਂ ਦੇ ਦਰਸ਼ਨ ਕਰਨ ਆਏ ਹਾਂ। ਜਦ ਮਾਈ ਬਿਰਾਈ ਨੇ ਚੁੱਪ ਕਰ ਰਹੀ ਤਾਂ ਸਿੱਖਾਂ ਨੇ ਸਮਝ ਲਿਆ ਕਿ ਗੁਰੂ ਜੀ ਇੱਥੇ ਹੀ ਹਨ। ਫਿਰ ਭਾਈ ਬੁੱਢਾ ਜੀ ਨੇ ਦਰਵਾਜ਼ਾ ਚਿਣਿਆ ਹੋਇਆ ਵੇਖਿਆ ਤਾਂ ਆਪ ਜੀ ਨੇ ਸੰਗਤ ਨੂੰ ਆਖਿਆ ਕਿ ਮੇਰਾ ਨਿਸ਼ਚਾ ਹੈ ਕਿ ਗੁਰੂ ਜੀ ਜ਼ਰੂਰ ਇਸ ਅੰਦਰ ਹੀ ਹਨ। ਤਦ ਭਾਈ ਬੁੱਢਾ ਜੀ ਨੇ ਦਰਵਾਜ਼ੇ ਅੱਗੇ ਖੜੇ ਹੋ ਕੇ ਪਹਿਲਾਂ ਗੁਰੂ ਜੀ ਨੂੰ ਨਮਸਕਾਰ ਕਰਕੇ ਆਖਿਆ ਕਿ ਮੇਰਾ ਨਾਮ ਭਾਈ ਬੁੱਢਾ ਹੈ। ਸੰਗਤ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਵਿਆਕੁਲ ਹੈ, ਇਸ ਵਾਸਤੇ ਆਪ ਬਾਹਰ ਆਣ ਕੇ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਉਪਰੰਤ ਭਾਈ ਬੁੱਢਾ ਜੀ ਨੇ ਇੱਟਾਂ ਦਾ ਪਰਦਾ ਆਪਣੇ ਹੱਥ ਨਾਲ ਲਾ ਦਿੱਤਾ ਤੇ ਵੇਖਿਆ ਕਿ ਗੁਰੂ ਜੀ ਸਮਾਧੀ ਵਿੱਚ ਟਿਕੇ ਹੋਏ ਹਨ। ਸਾਰੀ ਸੰਗਤ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਭਾਈ ਬੁੱਢਾ ਜੀ ਨੇ ਚਰਨ ਚੱਸ ਕੇ ਸਮਾਧੀ ਖੁਲਾਈ। ਗੁਰੂ ਸਾਹਿਬ ਜੀ ਸਿੱਖ ਸੰਗਤਾਂ ਨੂੰ ਭਾਈ ਬੁੱਢਾ ਜੀ ਨਾਲ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਗੁਰੂ ਨਾਨਕ ਜੀ ਨੂੰ ਯਾਦ ਕਰਕੇ ਪ੍ਰੇਮ ਵਿੱਚ ਆਣ ਕੇ ਸ਼ਬਦ ਵੀ ਉਚਾਰਨ ਕੀਤੇ ਸਨ। ਇਹ ਬਚਨ ਕਰਕੇ ਗੁਰੂ ਜੀ ਸੰਗਤ ਵਿੱਚ ਬੈਠ ਗਏ ਅਤੇ ਸਭ ਨੂੰ ਧੀਰਜ ਦਿੱਤੀ ਕਿ ਸਤਨਾਮ ਦਾ ਸਿਮਰਨ ਕਰੋ। ਇਸ ਗੱਲ ਦੀਆਂ ਖਬਰਾਂ ਸੁਣ ਕੇ ਕਿ ਸ੍ਰੀ ਗੁਰੂ ਸਾਹਿਬ ਜੀ ਖਡੂਰ ਵਿੱਚ ਹਨ, ਦੂਰ ਦੂਰ ਤੋਂ ਸਿੱਖ ਸੰਗਤਾਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੀਆਂ। ਕੁਝ ਦਿਨਾਂ ਉਪਰੰਤ ਗੁਰੂ ਜੀ ਨੇ ਭਾਈ ਬੁੱਢਾ ਜੀ ਨੂੰ ਕਿਹਾ ਕਿ ਕੋਈ ਐਸਾ ਸਿੱਖ ਹੋਵੇ ਜਿਹੜਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਆਦ ਤੋਂ ਅੰਤ ਤੱਕ ਸਾਨੂੰ ਕਥਾ ਸੁਣਾਵੇ। ਜਦ ਭਾਈ ਬੁੱਢਾ ਜੀ ਨੇ ਕਿਹਾ, ਮਹਾਰਾਜ ਇੱਕ ਬਾਲਾ ਜੱਟ ਤਲਵੰਡੀ ਦੇ ਰਹਿਣ ਵਾਲਾ ਗੁਰੂ ਜੀ ਦੇ ਨਾਲ ਹੀ ਆਪ ਜੀ ਦੀ ਸੰਸਾਰ ਯਾਤਰਾ ਵਿੱਚ ਰਿਹਾ ਹੈ, ਉਹ ਆਪ ਜੀ ਨੂੰ ਸਤਿਗੁਰ ਜੀ ਦੇ ਸਾਰੇ ਕੌਤਕ ਵਰਣਨ ਕਰਕੇ ਸੁਣਾ ਸਕਦਾ ਹੈ। ਕੁਝ ਦਿਨਾਂ ਉਪਰੰਤ ਭਾਈ ਬਾਲਾ ਵੀ ਤਲਵੰਡੀ ਤੋਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆ ਗਿਆ। ਉਸਨੇ ਗੁਰੂ ਜੀ ਦੀ ਆਗਿਆ ਮੰਨ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਰੇ ਪ੍ਰਸੰਗ ਜੋ ਪਿੱਛੇ ਨਾਨਕ ਪ੍ਰਕਾਸ਼ ਵਿੱਚ ਵਰਣਨ ਕੀਤੇ ਗਏ ਹਨ ਬੜੇ ਪ੍ਰੇਮ ਨਾਲ ਸੁਣਾਏ। ਗੁਰੂ ਜੀ ਸਾਰੇ ਪ੍ਰਸੰਗ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਵਿਰਾਗ ਦਸ਼ਾ ਨੂੰ ਤਿਆਗ ਕੇ ਸਿੱਖਾਂ ਪ੍ਰਤੀ ਦਰਸ਼ਨ ਉਪਦੇਸ਼ ਦੇ ਕੇ ਨਿਹਾਲ ਕਰਨ ਲੱਗੇ। ਸਤਿਗੁਰ ਜੀ ਨਿਤ ਹੀ ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਸੋਚ ਇਸ਼ਨਾਨ ਕਰਕੇ ਆਪਣੇ ਸਰੂਪ ਦਾ ਧਿਆਨ ਕਰਕੇ ਅਡੋਲ ਸਮਾਧੀ ਵਿੱਚ ਟਿਕ ਜਾਂਦੇ। ਜਦ ਸੂਰਜ ਚੜ੍ਹ ਪੈਂਦਾ ਤੇ ਸਮਾਧੀ ਤੋਂ ਉੱਠ ਕੇ ਬਾਹਰ ਆਉਂਦੇ ਤਾਂ ਜਿਸ ਰੋਗੀ ਸੋਗੀ ਉੱਤੇ ਆਪ ਜੀ ਦੀ ਪਹਿਲੀ ਦ੍ਰਿਸ਼ਟੀ ਪੈਂਦੀ ਉਹ ਨਵਾਂ ਨਰੋਆ ਹੋ ਜਾਂਦਾ। ਇਹ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਦੀ ਧੁੰਮ ਸਾਰੇ ਜਗਤ ਵਿੱਚ ਫੈਲ ਗਈ ਅਤੇ ਸੈਂਕੜੇ ਬਿਮਾਰ ਲੋਕ ਰਾਤ ਨੂੰ ਹੀ ਆਪ ਜੀ ਦੇ ਘਰ ਅੱਗੇ ਆਣ ਬੈਠਦੇ ਅਤੇ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ ਰਾਜੀ ਹੋ ਕੇ ਆਪ ਜੀ ਦਾ ਜਸ ਕਰਦੇ ਹੋਏ ਘਰਾਂ ਨੂੰ ਜਾਂਦੇ।
ਉਪਰੰਤ ਰਬਾਬੀ ਕੀਰਤਨ ਕਰਨ ਜਾਂਦੇ ਅਤੇ ਆਪ ਜੀ ਆਪਣੇ ਸਿੰਘਾਸਨ ਉੱਤੇ ਬੈਠ ਕੇ ਬੜੇ ਪ੍ਰੇਮ ਨਾਲ ਸੁਣਦੇ। ਜਦ ਰਸੋਈਆ ਆਣ ਕੇ ਬੇਨਤੀ ਕਰਦਾ ਕਿ ਭੋਜਨ ਤਿਆਰ ਹੈ, ਆਪ ਜੀ ਆਪਣੇ ਸਾਰੇ ਚੌਂ ਵਰਨਾਂ ਦੇ ਸਿੱਖ ਸੇਵਕਾਂ ਨਾਲ ਲੰਗਰ ਵਿੱਚ ਬੈਠ ਕੇ ਪ੍ਰਸ਼ਾਦੇ ਛਕਦੇ। ਪੱਤਲਾਂ ਉੱਤੇ ਭੋਜਨ ਪਰੋਸਿਆ ਜਾਂਦਾ ਤੇ ਮਿੱਟੀ ਦੇ ਸਕੂਰੇ ਜਲ ਛਕਣ ਵਾਸਤੇ ਵਰਤੇ ਜਾਂਦੇ। ਉਪਰੰਤ ਪਿੰਡ ਦੇ ਬੱਚਿਆਂ ਨੂੰ ਇਕੱਠਾ ਕਰਕੇ ਉਹਨਾਂ ਨਾਲ ਮਿਲ ਕੇ ਦਿਲ ਪਰਚਾਵਾ ਕਰਦੇ। ਜਦ ਤੀਸਰਾ ਪਹਿਰ ਹੋ ਜਾਂਦਾ ਤਾਂ ਪਹਿਲਵਾਨਾਂ ਨੂੰ ਬੁਲਾ ਕੇ ਅਖਾੜੇ ਵਿੱਚ ਉਹਨਾਂ ਦੀਆਂ ਕੁਸ਼ਤੀਆਂ ਵੇਖਦੇ ਅਤੇ ਫਿਰ ਜਦ ਇੱਕ ਪਹਿਰ ਬੀਤ ਜਾਂਦਾ ਤਾਂ ਆਪਣੇ ਸਥਾਨ ਤੇ ਆਣ ਕੇ ਸੰਗਤਾਂ ਦੇ ਦੀਵਾਨ ਵਿੱਚ ਆਣ ਬਿਰਾਜਮਾਨ ਹੁੰਦੇ, ਰਬਾਬੀ ਕੀਰਤਨ ਕਰਦੇ ਅਤੇ ਸਾਰੀਆਂ ਸਿੱਖ ਸੰਗਤਾਂ ਪ੍ਰੇਮ ਨਾਲ ਸਰਵਣ ਕਰਕੇ ਨਿਹਾਲ ਹੁੰਦੀਆਂ। ਸੰਧਿਆ ਸਮੇਂ ਇੱਕ ਪਹਿਰ ਇਕਾਂਤ ਬੈਠ ਕੇ ਆਪਣੇ ਸਰੂਪ ਵਿੱਚ ਲੀਨ ਹੋ ਜਾਂਦੇ ਅਤੇ ਫਿਰ ਪਲੰਘ ਉੱਤੇ ਆਰਾਮ ਕਰਨ ਵਾਸਤੇ ਲੇਟ ਜਾਂਦੇ। ਇਸ ਤਰ੍ਹਾਂ ਗੁਰੂ ਜੀ ਸਾਰਾ ਦਿਨ ਬਤੀਤ ਕਰਦੇ ਅਤੇ ਸਿੱਖਾਂ ਨੂੰ ਸਤਿਨਾਮ ਦਾ ਉਪਦੇਸ਼ ਕਰਦੇ ਰਹਿੰਦੇ। ਗੁਰੂ ਜੀ ਕਿਸੇ ਵੀ ਸਮੇਂ ਆਪਣੇ ਪਾਸ ਮਾਇਆ ਤਥਾ ਹਰਖ ਸੋਗ ਦੀ ਗੱਲ ਨਹੀਂ ਸਨ ਹੋਣ ਦਿੰਦੇ, ਸਦਾ ਇੱਕ ਰਸ ਰਹਿੰਦੇ ਸਨ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ